वाहिगुरू जी का खालसा वाहिगुरू जी की फतेह। मैं सरबजोत सिंह कन्वीनर पंथक सेवा दल आज फिर एक बड़े इंपॉर्टेंट इशू ते आप जी के सामने हाजिर हाँ। कल यानी 6 अप्रैल 2016 एक बहुत ही शर्मनाक दिन मैं कहांगा दिल्ली दी सिख संगत ले रहा। जम के मैं उसनू राजनीति नहीं कहांगा, जम के गंद को लिया गया। मैं बड़े स्पष्ट लफ्जां च गल कहां ते, क्योंकि राजनीति तो वो होंदी है जो संगत नू राजी करन वास्ते कीती जाए, एक अच्छा काम है। राजनीति होंदी ते शायद असी कुछ चंगा कर रहे होंदे, पर इत्थे ते गलत नीति है। इत्थे ते अपना अपना मुफाद, अपना अपना कोई ना कोई फायदा लैके कोई ना कोई चीजां होंदियां रहियां ने। कल सवेरे यह सामने आया कि एमसीडी का एक पूरा दस्ता गुरुद्वारा सीसगंज साहब के बाहर जिहड़ा एक प्याऊ है गलियारे के अंदर बनया होया, उन्होंने ढाण वास्ते आंदा है। थोड़े बहुत पब्लिक विरोध के बावजूद उन्होंने तगड़ी पुलिस फोर्स के होने के नाते उन्होंने डिमोलिश कर दिता जाता है। उस तो बाद उत्थे फटाफट कुछ लोग आते ने, दिल्ली गुरुद्वारा कमेटी के अहुदेदार, मैंबर साहबान, कुछ होर लोग आते ने। इनफैक्ट मैं सॉरी कह रहा सारिਆਂ कि मैं मैंबर साहबान क्या, मैंबर आते ने उत्थे ते अपनी अपनी राजनीति चमकान। फिर दोबारा सॉरी कह रहा कि राजनीति नहीं, गंद नीति है उन्होंने, जिन्हों वो उत्थे चालू कर देंगे ने, काम कर देंगे ने, यह दिखाते हैं कि जी असी बहुत वड्डे सिख होने ते असी सिक्खी दे सेवादार होने ते उत्थे आके उन्होंने वो गलत चीजां कीतियां जिन्हां करके सानू शर्मसार किया उन्होंने सिक्खी नूं। तुहानू 3 ਤੋਂ 4 दिन पहले इनफैक्ट मेरे सामने अज डॉक्यूमेंट्स कुछ इदा दे आए ने जिदे अंदर सानू यह पता लगता है कि कोर्ट के ऑर्डर के बाद 30 मार्च नू दिल्ली पुलिस दे कोलों एमसीडी फोर्स मंगदी है 6 तरीक वास्ते स्पेसीफाई करके कि उत्थे कुछ इदा दी कंस्ट्रक्शंस हैगियां ने उस एरिया दे अंदर जिसनू शाहजहानाबाद रीडेवलपमेंट प्रोजेक्ट, आई एम सॉरी मैनू ओहदा एक्चुअली टैक्नीकल नाम नहीं पता, ओहदी कोई रीडेवलपमेंट प्रोजेक्ट दे वास्ते वो काम कर रहे ने ते ओहदे उत्ते वो काम करदे करदे उत्थों दी कुछ कहंदे ने जी कि इनलीगल इनक्रोचमेंट्स हैगियां ने, उन्हां नूं असीं हटा रहे हां। ओहदे चक्कर दे अंदर पुलिस दे कोलों एमसीडी फोर्स मंगदी है 30 मार्च दी एक चिट्ठी लिख के। उस तो बाद एरिया एसएचओ ਤੁਹਾਨੂੰ ਬਾਰ-ਬਾਰ ਇਨਫੋਰਮ ਕਰ ਰਿਹਾ ਹੈ ਕਿ ਜੀ ਤੁਸੀਂ ਆਪਣੇ ਇੱਥੇ ਦੀਆਂ ਇਨਕਰੋਚਮੈਂਟਸ ਤੁਹਾਡੀਆਂ ਹੈਗੀਆਂ ਨੇ, ਉਹਦੇ ਕਰਕੇ ਮੇਰੇ ਤੋਂ ਫੋਰਸ ਮੰਗੀ ਜਾ ਰਹੀ ਹੈ ਤੇ ਮੈਨੂੰ ਦੱਸੋ ਕੀ ਕਰਨਾ। ਗੁਰੂ ਸਾਹਿਬ ਦੇ ਘਰ ਦਾ ਕੋਈ ਨੁਕਸਾਨ ਹੋਵੇ ਉਹ ਮੈਨੂੰ ਚੰਗਾ ਨਹੀਂ ਲੱਗੇਗਾ, ਤੁਸੀਂ ਆਪਣੇ ਆਪ ਇੰਤਜ਼ਾਮ ਕਰ ਲਓ। ਪਰ ਕਿਤੇ ਨਾ ਕਿਤੇ ਉਹ ਨੋਟਿਸ ਜਿਹੜਾ ਹੈ ਉਹ ਇੱਕ ਓਪਰਚੁਨਿਟੀ ਵਜੋਂ ਇੱਕ ਅੰਦਰੋਂ ਕੋਈ ਫੈਸਲਾ ਲੈ ਕੇ ਉਹ ਤੁਸੀਂ ਨੋਟਿਸ ਨੂੰ ਸੰਗਤ ਦੇ ਸਾਹਮਣੇ ਰੱਖੋ, ਕਾਰ ਸੇਵਾ ਕਰੋ। ਕੁਝ ਅਗਰ ਕਰੈਕਸ਼ਨ ਮੇਜਰ ਲੈਣੇ ਚਾਹੁੰਦੇ ਨੇ ਆਪਾਂ ਆਪਣੇ ਘਰ 'ਚ ਲੈ ਸਕਦੇ ਹਾਂ, ਪਰ ਨਹੀਂ। ਉਹਦੀ ਬਜਾਏ ਇਹਨਾਂ ਨੇ ਇੰਤਜ਼ਾਰ ਕੀਤੀ ਕਿ ਕਿਸ ਦਿਨ ਬੁਲਡੋਜ਼ਰ ਆਵੇ, ਕਿਸ ਦਿਨ ਉਹ ਜੀਸੀਬੀ ਮਸ਼ੀਨ ਆਵੇ, ਉਸ ਕੰਸਟਰਕਸ਼ਨ ਨੂੰ ਢਾਵੇ, ਅਸੀਂ ਉੱਥੇ ਆਪਣੀ ਰਾਜਨੀਤਿਕ ਰੋਟੀਆਂ ਸੇਕੀਏ, ਆਪਣੇ ਲੋਕਾਂ ਦੇ ਸਾਹਮਣੇ ਇਹ ਸਾਬਿਤ ਕਰੀਏ ਕਿ ਅਸੀਂ ਵੱਡੇ ਸਿੱਖ ਹੈਗੇ ਆ। ਉਹਨਾਂ ਨੇ ਉਹੀਓ ਕੱਲ ਕੀਤਾ। ਜਿਸ ਵੇਲੇ ਉਹ ਡਿਮੋਲਿਸ਼ਨ ਹੁੰਦੀ ਹੈ ਉਹਦੇ ਅੱਧੇ ਘੰਟੇ ਦੇ ਅੰਦਰ ਅੰਦਰ ਪਹਿਲੇ ਤੋਂ ਕੱਟੇ ਹੋਏ ਪੱਥਰ ਪਏ ਹੋਏ ਨੇ, ਉਹਨਾਂ ਨੂੰ ਲਿਆ ਕੇ ਰੱਖ ਦਿੱਤਾ ਜਾਂਦਾ ਹੈ। ਫਟਾਫਟ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਫਟਾਫਟ ਆ ਕੇ ਉੱਥੇ ਉਹਦਾ ਸਲੈਬਸ ਰੱਖ ਕੇ ਉੱਥੇ ਬਕਾਇਦਾ ਪਿਆਊ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸਵਾਲ ਆਂਦਾ ਹੈ ਕਿ ਜੇ ਉਹ ਇਲੀਗਲ ਕੰਸਟਰਕਸ਼ਨ ਹੈ ਤੇ ਉਹਨੂੰ ਦੁਬਾਰਾ ਕਿਉਂ ਬਣਾਇਆ ਗਿਆ, ਤੇ ਜੇ ਉਹ ਲੀਗਲ ਕੰਸਟਰਕਸ਼ਨ ਹੈ ਤੇ ਉਹਨੂੰ ਟੁੱਟਣ ਕਿਉਂ ਦਿੱਤਾ ਗਿਆ। ਦਿੱਲੀ ਦੀ ਸੰਗਤ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਗੁਰਧਾਮਾਂ ਦਾ ਧਿਆਨ ਰੱਖੋਗੇ, ਗੁਰੂ ਸਾਹਿਬ ਦੇ ਨਾਲ, ਗੁਰਦੁਆਰਾ ਸਿਸਟਮ ਦੇ ਨਾਲ ਜੁੜੇ ਹੋਏ ਸਾਰੇ ਅਦਾਰਿਆਂ ਦਾ ਤੁਸੀਂ ਚੌਕੀਦਾਰ ਬਣ ਕੇ ਕੰਮ ਕਰੋਗੇ, ਪਰ ਨਹੀਂ, ਤੁਹਾਨੂੰ ਤੇ ਆਪਣੀ ਨੇਤਾਗਿਰੀ ਚਮਕਾਣੀ ਹੈ। ਤੁਸੀਂ ਉੱਥੇ ਉਸ ਮੌਕੇ ਨੂੰ ਇੱਕ ਰਾਜਨੀਤਿਕ ਆਪਸ਼ਨ ਸੋਚਦੇ ਹੋਏ ਅੱਜ ਤੁਸੀਂ ਕਿਸੇ ਵੀ ਗਵਰਨਮੈਂਟ ਦੇ ਖਿਲਾਫ ਖੜੇ ਹੋ ਕੇ ਉਹਦੇ ਖਿਲਾਫ ਸਾਰਾ ਦਿਨ ਟੀਵੀ ਦੇ ਉੱਤੇ ਬੋਲਦੇ ਰਹੇ ਹੋ। ਕੰਟੈਂਪਟ ਆਫ ਕੋਰਟ ਤੁਹਾਡੇ ਖਿਲਾਫ ਲੱਗ ਗਈ ਹੈ, ਡੀਸੀ ਦੇ ਖਿਲਾਫ ਲੱਗ ਗਈ ਹੈ। ਇਹ ਵੀ ਰਿਪੋਰਟ ਆ ਰਹੀ ਹੈ ਕਿ ਤੁਸੀਂ ਉਸ ਕੰਸਟਰਕਸ਼ਨ ਨੂੰ ਦੁਬਾਰਾ ਕਿਉਂ ਕੀਤਾ। ਇਨਫੈਕਟ ਮੈਂ ਉਹਦੇ ਚ ਨਹੀਂ ਪਾਵਾਂਗਾ ਕਿ ਕਿਉਂ ਕੀਤਾ, ਨਹੀਂ ਕਿਉਂ ਲੀਗਲ ਹੈ ਇਲੀਗਲ ਹੈ। ਮੈਂ ਇਹ ਸਵਾਲ ਸਾਰਿਆਂ ਨੂੰ ਇਹ ਕਰਨਾ ਚਾਹੁੰਦਾ ਕਿ ਜੇ ਤੁਹਾਡੇ ਕੋਲ ਨੋਟਿਸ ਆ ਗਿਆ ਸੀ 3 ਦਿਨ ਪਹਿਲੇ, ਜੋ ਤੁਸੀਂ ਕਹਿ ਰਹੇ ਹੋ ਕਿ ਨਹੀਂ ਆਇਆ, ਅਗਰ ਨਹੀਂ ਆਇਆ ਤਾਂ ਤੁਸੀਂ ਕੰਟੈਂਪਟ ਆਫ ਕੋਰਟ ਉੱਥੇ ਲਾਓ ਜੀ। ਵਿਦਆਊਟ ਨੋਟਿਸ ਤੁਸੀਂ ਕੁਝ ਰਿਮੂਵ ਕਰ ਨਹੀਂ ਸਕਦੇ। ਇਹ ਮਾਮਲਾ ਵੀ 2007 ਤੋਂ ਨਿਲੰਬਿਤ ਹੈ। ਤੁਸੀਂ ਕਿਉਂ ਨਹੀਂ ਟਾਈਮ ਰਹਿੰਦੇ ਉਹਦੇ ਤੇ ਕਾਰਵਾਈ ਕੀਤੀ। ਤੁਸੀਂ ਅੱਜ ਇਲਜ਼ਾਮ ਲਗਾਉਂਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਆ ਕੇ ਉੱਥੇ ਢਾਤਾ। ਮੈਂ ਤਾਂ ਇਹ ਕਹਿਣਾ ਵਾਂ ਕਿ ਬੁਲਡੋਜ਼ਰ ਹੀ ਅਰਵਿੰਦ ਕੇਜਰੀਵਾਲ ਚਲਾ ਕੇ ਲਿਆਇਆ ਹੋਵੇ ਭਾਵੇਂ,
ਤੁਸੀਂ ਇਹ ਜਵਾਬ ਦਿਓ ਕਿ ਤੁਸੀਂ ਕਿੱਥੇ ਸੀ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਸ ਕੰਸਟਰਕਸ਼ਨ ਨੂੰ ਢਾਇਆ ਜਾ ਰਿਹਾ ਹੈ ਕਿਸੇ ਵੀ ਸਰਕਾਰੀ ਅਦਾਰੇ ਵੱਲੋਂ, ਚਾਹੇ ਉਹ ਸੈਂਟਰਲ ਗਵਰਨਮੈਂਟ ਵੱਲੋਂ, ਚਾਹੇ ਉਹ ਸਟੇਟ ਗਵਰਨਮੈਂਟ ਵੱਲੋਂ, ਚਾਹੇ ਉਹ ਮਿਊਨਿਸਪੈਲਿਟੀ ਵੱਲੋਂ। ਤੁਸੀਂ ਕਿੱਥੇ ਸੀ? ਮੂੰਹ 'ਚ ਘੁੰਗਣੀਆਂ ਪਾ ਕੇ ਸੁੱਤੇ ਕਿਉਂ ਸੀ? ਤੁਸੀਂ ਉਸ ਨੋਟਿਸ ਨੂੰ ਸੰਗਤ ਦੇ ਸਾਹਮਣੇ ਕਿਉਂ ਨਹੀਂ ਰੱਖਿਆ? ਤੁਸੀਂ ਉਸ ਸਟੇਟਸ ਦੀ, ਕਿਉਂਕਿ ਉਹ ਜਿਹੜਾ ਕੇਸ ਚੱਲ ਰਿਹਾ ਹੋਵੇਗਾ ਜਿਹਦੇ ਅੰਦਰ 2007 ਤੋਂ ਆਰਡਰ ਹੈ, ਇਹ ਪ੍ਰੋਜੈਕਟ ਹੀ 2008 ਇਨਫੈਕਟ 7 ਜਾਂ 8 ਦਾ ਹੈ, ਉਹਦੇ ਉੱਤੇ ਇੰਨੀ ਲੰਬੀ ਕਾਰਵਾਈ ਹੋਣ ਦੇ ਬਾਵਜੂਦ ਤੁਸੀਂ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸੇਕਦੇ ਰਹੇ ਹੋ। ਤੁਸੀਂ ਪ੍ਰਬੰਧ ਨਹੀਂ ਸੰਭਾਲ ਰਹੇ, ਤੁਸੀਂ ਸੰਗਤ ਨੂੰ ਬੇਵਕੂਫ ਬਣਾ ਰਹੇ ਹੋ। ਅੱਜ ਦਿੱਲੀ ਦੀ ਸੰਗਤ ਇੰਨੀ ਸੁਚੇਤ ਹੋ ਚੁੱਕੀ ਹੈ ਕਿ ਤੁਹਾਡੇ ਕਾਰਨਾਮਿਆਂ ਦੇ ਉੱਤੇ ਉਹ ਆਪਣਾ ਰਿਐਕਸ਼ਨ ਦੇ ਰਹੀ ਹੈ ਔਰ ਇਸ ਚੀਜ਼ ਨੂੰ ਤੁਸੀਂ ਕੱਲ ਚੰਗੀ ਤਰ੍ਹਾਂ ਭੁਗਤ ਲਿਆ ਹੈ। ਮੈਂ ਇੱਥੇ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਹਾਂ, ਦਿੱਲੀ ਦੀ ਸਾਧ ਸੰਗਤ, ਆਪ ਆਪਣੀ ਤਾਕਤ ਨੂੰ ਪਛਾਣੋ। ਇਹਨਾਂ ਜਿਹੜੇ ਇਹ ਨਰੈਣੂ ਮਹੰਤ ਦੇ ਜਿਹੜੇ ਵੰਸ਼ਜ ਨੇ, ਇਹਨਾਂ ਨੂੰ ਗੁਰਦੁਆਰਾ ਸਿਸਟਮ ਤੋਂ ਚੁੱਕ ਕੇ ਬਾਹਰ ਕਰੋ, ਨਹੀਂ ਤੇ ਇਹ ਅੱਜ ਸਿਰਫ ਪਿਆਊ, ਕੱਲ ਤੱਕ ਤੇ ਇਹ ਪ੍ਰਾਪਰਟੀਆਂ ਪੂਰੀ ਗੁਰਦੁਆਰਿਆਂ ਦੀਆਂ ਤਹਿਸ-ਨਹਿਸ ਕਰ ਦੇਣਗੇ ਤੁਹਾਡੀਆਂ। ਸੰਗਤ ਨੂੰ ਜਾਗਰੂਕ ਹੋਣਾ ਪਏਗਾ, ਸੰਗਤ ਨੂੰ ਨੇਤਾਵਾਂ ਵੱਲ ਨਹੀਂ ਵੇਖਣਾ। ਸੰਗਤ ਆਪਣੇ ਆਪ ਖੁਦ ਮੁਖਤਾਰ ਹੋਵੇ। ਜੇ ਪ੍ਰਬੰਧਕ ਜਾਂ ਕੋਈ ਹੋਰ ਖੜਾ ਹੋ ਕੇ ਕਹਿੰਦਾ ਹੈ ਕਿ ਗੁਰੂ ਰੂਪ ਸਾਧ ਸੰਗਤ ਜੀ, ਤੇ ਗੁਰੂ ਰੂਪ ਸਾਧ ਸੰਗਤ ਮੰਨਣਾ ਪਏਗਾ ਔਰ ਸਾਧ ਸੰਗਤ ਨੂੰ ਇਹ ਦਿਖਾਣਾ ਪਏਗਾ ਕਿ ਸਾਧ ਸੰਗਤ ਦੀ ਤਾਕਤ ਕੀ ਹੈ। ਕੋਈ ਜ਼ਰੂਰਤ ਨਹੀਂ ਹੈਗੀ ਇਹੋ ਜਿਹੇ ਨੇਤਾਵਾਂ ਦੀ। ਸਾਧ ਸੰਗਤ ਆਪ ਅੱਗੇ ਵਧੇ, ਪ੍ਰਬੰਧ ਗੁਰਦੁਆਰਿਆਂ ਦਾ ਆਪਣੇ ਹੱਥ 'ਚ ਲਵੇ। ਦੂਸਰਾ, ਇੱਕ ਸ਼ਰਮਿੰਦਗੀ ਮਹਿਸੂਸ ਹੋਈ ਕਿ ਇੱਕ ਦੂਜਾ ਧੜਾ ਜਿਹੜਾ ਅੱਜ ਆਪਣੇ ਆਪ ਨੂੰ ਕਹਿ ਰਿਹਾ ਜੀ ਕਿ ਸੇਵਾ ਸਾਨੂੰ ਵਾਪਸ ਚਾਹੀਦੀ ਹੈ, ਉਹਨਾਂ ਨੇ ਵੀ ਇਸ ਤੋਂ ਘੱਟ ਨਹੀਂ ਕੀਤੀ। ਉੱਥੇ ਜਾ ਕੇ ਰਾਤੀ 11 ਵਜੇ ਆਪਣੀਆਂ ਫੋਟੋਆਂ ਖਿਚਵਾ ਕੇ ਪਾ ਰਹੇ ਨੇ ਕਿ ਅਸੀਂ ਕੀਰਤਨ ਕਰ ਰਹੇ ਹਾਂ ਇੱਥੇ ਬਹਿ ਕੇ। ਜਿਸ ਵੇਲੇ ਉੱਥੇ ਸਵਾਲ ਪੁੱਛਣ ਦਾ ਵਕਤ ਸੀ, ਜਿਸ ਵੇਲੇ ਕਮੇਟੀ ਦੇ ਅਹੁਦੇਦਾਰਾਂ ਦੇ ਕੋਲੋਂ ਸਵਾਲ ਪੁੱਛੇ ਗਏ, ਉਸ ਵੇਲੇ ਤੁਸੀਂ ਕਿੱਥੇ ਸੀਗੇ? ਤੁਸੀਂ ਕਿਉਂ ਨਹੀਂ ਅੱਗੇ ਵੱਧ ਕੇ ਸਵਾਲ ਪੁੱਛੇ? ਅੱਜ ਤੁਸੀਂ ਆਪਣੇ ਆਕਾਵਾਂ ਦੀ ਚਮਚਾਗਿਰੀ ਕਰਕੇ ਰਾਤੀ ਬੈਠ ਕੇ ਉੱਥੇ ਕੀਰਤਨ ਕਰ ਰਹੇ ਹੋ ਔਰ ਉਸ ਤੋਂ ਬਾਅਦ ਆਪਣੀਆਂ ਫੋਟੋਆਂ ਖਿੱਚ ਕੇ ਪਾ ਰਹੇ ਹੋ ਔਰ ਦੂਸਰੇ ਦਲਾਂ ਦੇ ਉੱਤੇ ਸਵਾਲ ਚੁੱਕ ਰਹੇ ਹੋ। ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਜੇ ਤੁਸੀਂ ਇਦਾਂ ਹੀ ਕਰੋਗੇ ਤੇ ਸੰਗਤ ਬਹੁਤ ਸਟਰੋਂਗ ਹੈ। ਸੰਗਤ ਨਾ ਨਰੈਣੂ ਮੰਤ ਦੇ ਕਿਸੇ ਲੋਕਾਂ ਨੂੰ ਆਣ ਦੇਗੀ ਤੇ ਨਾ ਸਿੱਖਾਂ ਦੀ ਕਾਤਲ ਜਮਾਤ ਦੇ ਦਲਾਲਾਂ ਨੂੰ ਆਣ ਦੇਗੀ। ਇਹ ਗੱਲ ਸਮਝ ਲੈਣਾ ਤੁਸੀਂ, ਕਿਉਂਕਿ ਗੁਰੂ ਧਾਮਾਂ ਨੂੰ ਢਾਣ ਦੀ, ਗੁਰਦੁਆਰਿਆਂ ਦੇ ਉੱਤੇ ਹਮਲਾ ਕਰਨ ਦੀ ਟੈਂਡੈਂਸੀ ਜਿੱਥੇ ਬੀਜੇਪੀ ਦੀ ਹੈ ਉੱਥੇ ਕਾਂਗਰਸ ਦੀ ਓਨੀ ਹੈ। ਤੁਸੀਂ ਦੋਨੋਂ ਦਲਾਂ ਦੇ ਦਲਾਲ ਇਸ ਚੀਜ਼ ਤੋਂ ਜਾਣੂ ਹੋ ਜਾਓ ਕਿ ਸੰਗਤ ਇਸ ਸਮੇਂ ਬਹੁਤ ਜ਼ਿਆਦਾ ਅਲਰਟ ਹੋ ਚੁੱਕੀ ਹੈ ਔਰ ਉਹ ਤੁਹਾਨੂੰ ਪੂਰਾ ਜਵਾਬ ਠੋਕ ਕੇ ਦੇਗੀ। ਨਾ ਜਾਣਿਓ ਕਿ ਤੁਹਾਡਾ ਹੰਕਾਰ ਕੁਝ ਹੋਰ ਚੱਲਣ ਵਾਲਾ ਹੈ। ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ ਨੂੰ, ਸਾਧ ਸੰਗਤ ਅਲਰਟ ਹੋ ਜਾਓ। ਆਪਣੇ ਹੱਕ, ਗੁਰੂ ਧਾਮਾਂ ਦੀ ਸੇਵਾ ਸੰਭਾਲ ਤੁਸੀਂ ਆਪ ਅੱਗੇ ਵੱਧ ਕੇ ਲਓ। ਮੈਂ ਕੁਝ ਹੋਰ ਫੈਕਟਸ ਦੀ ਵੇਟ ਕਰ ਰਿਹਾ ਹਾਂ। ਕੁਝ ਹੋਰ ਫੈਕਟਸ ਸਾਡੇ ਕੋਲ ਆਂਦੇ ਹੀ ਮੈਂ ਦੁਬਾਰਾ ਆਪ ਦੀ ਕਚਹਿਰੀ ਦੇ ਅੰਦਰ ਆਵਾਂਗਾ। ਫਿਰ ਮੈਂ ਦੁਬਾਰਾ ਕੁਝ ਫੈਕਟਸ ਦੇ ਨਾਲ ਹੋਰ ਗੱਲਾਂ ਕਰਾਂਗਾ। ਤਦ ਤੱਕ ਲਈ ਮੇਰੀਆਂ ਭੁੱਲਾਂ ਬਖਸ਼ ਲੈਣਾ। ਮੈਂ ਸੰਗਤ ਦਾ ਸੇਵਾਦਾਰ ਬਣ ਕੇ ਕੰਮ ਕਰਨਾ ਚਾਹੁੰਦਾ ਹਾਂ। ਸਾਡੇ ਦਿਲ 'ਚ ਕੋਈ ਵੀ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਕਿਤੇ ਜਾ ਕੇ ਰਾਜ ਭੋਗਣੇ ਨੇ। ਫਿਰ ਦੁਬਾਰਾ ਦੁਹਰਾਨਾ ਉਹੀਓ ਗੱਲ, ਸਾਧ ਸੰਗਤ ਆਓ ਰਲ ਮਿਲ ਕੇ ਪੰਥ ਸਵਾਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।